रणजीत ਨੂੰ ਉਹਦੀ ਸਿਸਟਰ ਜੋ ਡੇਰਾ ਸੱਚਾ ਸੌਦਾ ਦੇ ਵਿੱਚ ਸਾਧਵੀ ਸੀ ਉਹਨੇ ਇਹ ਡਿਸਕਲੋਜ਼ ਕਰਤਾ ਕਿ ਵੀਰਾ ਇੱਥੇ ਤਾਂ ਇਦਾਂ ਲੜਕੀਆਂ ਨਾਲ ਜ਼ਿਆਦਤੀ ਹੋ ਰਹੀ ਹੈ। ਭਰਾ ਨੇ ਵਿਸ਼ਵਾਸ ਨਹੀਂ ਕੀਤਾ। ਉਹਨੇ ਇਹ ਦੱਸਦੇ ਆ ਵੀ 8-10 ਕੁੜੀਆਂ ਉਹਨੂੰ ਹੋਰ ਮਿਲਾਤੀਆਂ। ਸੁਣ ਰਹਿ ਗਿਆ ਇਹ ਸੁਣ ਕੇ ਵੀ ਜੋ ਬਾਬਾ ਇਹ ਸੰਗਤ ਨੂੰ ਸਮਝਾ ਰਿਹਾ ਵੀ ਪਰਾਈ ਔਰਤ ਨੂੰ ਮਾਂ ਭੈਣ ਸਮਝਣਾ ਤੇ ਉਹ ਆਪ ਇੱਦਾਂ ਦੀ ਗੱਲ ਕਰ ਰਿਹਾ। ਗੋਡਲੀ ਫਿਗਰ ਹੋ ਕੇ ਇਹੋ ਜਿਹੇ ਕ੍ਰਾਈਮ ਕਰਨੇ ਜਿਹੜਾ ਹੈਗਾ ਬੰਦਾ ਸੋਸਾਇਟੀ 'ਚ ਰਹਿਣ ਦੇ ਕਾਬਿਲ ਹੈ ਨਹੀਂ। ਬਾਬੇ ਨੇ ਜਿਹੜਾ ਇਹ ਰੇਪ ਐਪੀਸੋਡ ਨੂੰ ਪਰਦੇ 'ਚ ਰੱਖਣ ਲਈ ਹੀ ਰਣਜੀਤ ਦਾ ਮਰਡਰ ਕਰਵਾਤਾ। ਸਿੱਧੀ ਗੋਲੀ ਮਾਰ ਕੇ ਮਾਰਨਾ ਤੇ ਇਸ ਤਰ੍ਹਾਂ ਬਦਲਾ ਲੈਣਾ, ਇਹ ਤਾਂ ਸਿੱਧਾ ਆਪਣੇ ਹੀ ਹੱਥ ਫੜਾਉਣ ਵਾਲੀ ਗੱਲ ਹੈ। ਲੱਗਦਾ ਨਹੀਂ ਕਿ ਇਹ ਪੁਆਇੰਟ ਜਿਹੜਾ ਹੈਗਾ ਇਸ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ ਕਿ ਰਾਮ ਰਹੀਮ ਨੇ ਜੇਕਰ ਰਣਜੀਤ ਨੂੰ ਮਾਰਨਾ ਸੀ ਜਾਂ ਮਰਵਾਉਣਾ ਸੀ ਤਾਂ ਬੜੇ ਤਰੀਕਾਕਾਰ ਸੀਗੇ। ਬੇਅਦਬੀਆਂ ਦਾ ਦੌਰ ਫਿਰ ਕਿਵੇਂ ਸ਼ੁਰੂ ਹੁੰਦਾ, ਖਾਸ ਕਰ ਜੋ ਪੋਸ਼ਾਕ ਦਾ ਸਵਾਂਗ ਹੈ ਜਾਂ ਉਸ ਤੋਂ ਬਾਅਦ ਫਿਰ ਪੰਜਾਬ 'ਚ ਘਟਨਾਕ੍ਰਮ ਵਾਪਰਦੇ ਨੇ। ਰਣਜੀਤ ਮਰਡਰ ਕੇਸ ਦਾ ਇਹਦੇ ਨਾਲ ਕੋਈ ਸੰਬੰਧ ਹੈ ਜਾਂ ਉਸ ਤੋਂ ਵੀ ਬਾਅਦ ਫਿਰ ਜਾਂ ਉਸ ਚੀਜ਼ ਨੂੰ ਰਣਜੀਤ ਮਰਡਰ ਕੇਸ, ਛਤਰਪਤੀ ਮਰਡਰ ਕੇਸ, ਚਿੱਠੀ ਵਾਲੀ ਘਟਨਾ, ਇਹਨਾਂ ਨੂੰ ਜਿਹੜਾ ਹੈਗਾ ਧਿਆਨ ਪਾਸੇ ਹਟਾਉਣ ਵਾਸਤੇ ਜਿਹੜਾ ਇਸ ਪਾਸੇ ਤੁਰਿਆ ਗਿਆ ਡੇਰੇ ਵੱਲੋਂ। ਤਾਂ 2007 'ਚ ਕਾਂਗਰਸ ਦੀ ਹਮਾਇਤ ਕੀਤੀ ਸੀ ਪਰ ਸਰਕਾਰ ਬਾਦਲ ਅਕਾਲੀ ਦਲ ਦੀ ਬਣ ਗਈ ਸੀ। ਭਾਵੇਂ ਤਾਂ ਇਹ ਉਹ ਸਰਕਾਰ ਨੂੰ ਡਾਮਾਡੋਲ ਕਰਨ ਦੀ ਸਥਿਤੀ ਸੀਗੀ ਜਾਂ ਪ੍ਰੇਮੀਆਂ ਨੂੰ ਇੰਟੈਕਟ ਕਰਨ ਲਈ ਵੀ ਸਿੱਖਾਂ ਨਾਲ ਲੜਾ ਦਿਓ, ਇਹ ਇੰਟੈਕਟ ਹੋ ਜਾਣਗੇ, ਇੱਧਰ ਰੇਪ ਐਪੀਸੋਡ ਵੱਲ ਕਿਸੇ ਦਾ ਧਿਆਨ ਨਹੀਂ ਜਾਣਾ। ਇਹ ਵੀ ਵਜ੍ਹਾ ਹੋ ਸਕਦੀ ਹੈ। ਬਾਬੇ ਨੇ ਕਿਹਾ ਵੀ ਜਿੱਥੇ ਮੇਰੇ ਲੋਕਟਾਂ ਦੀ ਬੇਅਦਬੀ ਹੈ, ਜਿੱਥੇ ਮੇਰੇ ਨਾਮ ਦੀ ਬੇਅਦਬੀ ਹੈ, ਉੱਥੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਮਿੱਟੀ 'ਚ ਰੋਕੋ। ਪਰ ਇਸ ਗੱਲ ਦਾ ਕੋਈ ਗਵਾਹ ਨਹੀਂ ਹੈਗਾ। 2002 ਦਾ ਮਰਡਰ 2021 ਐਂਡ ਹੀ ਆ ਗਿਆ, ਤਕਰੀਬਨ 2022 ਚੜ੍ਹਨ ਵਾਲਾ ਹੋ ਗਿਆ। ਉੱਥੇ ਆ ਕੇ ਉਹਦਾ ਜਿਹੜਾ ਫੈਸਲਾ ਹੁੰਦਾ ਹੈ, ਜਸਟਿਸ ਸਿਸਟਮ ਹੈ ਸਾਡਾ, ਉਹਦਾ ਮੈਂ ਫੇਲਰ ਮੰਨਦਾ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਡੇਰਾ ਸਿਰਸਾ ਦੇ ਕਿਸੇ ਸਮੇਂ ਅਤੀ ਕਰੀਬੀ ਰਹੇ ਰਣਜੀਤ ਸਿੰਘ ਹੱਤਿਆ ਕੇਸ ਦੇ ਵਿੱਚ CBI ਦੀ ਵਿਸ਼ੇਸ਼ ਅਦਾਲਤ, ਪੰਚਕੂਲਾ ਵਿਸ਼ੇਸ਼ ਅਦਾਲਤ 18 ਅਕਤੂਬਰ ਸੋਮਵਾਰ ਨੂੰ ਸਜ਼ਾ ਸੁਣਾਉਣ ਜਾ ਰਹੀ ਹੈ। ਪੂਰੀ ਉਮੀਦ ਹੈ ਕਿ ਸਜ਼ਾ ਸੁਣਾ ਦਿੱਤੀ ਜਾਏਗੀ। ਰਣਜੀਤ ਸਿੰਘ ਹੱਤਿਆ ਕੇਸ ਦੇ ਵਿੱਚ ਰਾਮ ਰਹੀਮ ਮੁੱਖ ਦੋਸ਼ੀ ਹੈ। ਆਪਾਂ ਜਾਣਦੇ ਹਾਂ ਕਿ ਰਣਜੀਤ ਸਿੰਘ ਹੱਤਿਆ ਕੇਸ ਕੀ ਹੈ ਜਾਂ ਰਣਜੀਤ ਸਿੰਘ ਹੱਤਿਆ ਕੇਸ ਦੀਆਂ ਤਾਰਾਂ ਹੋਰ ਜਿਹੜੇ ਕੇਸ ਨੇ ਉਹਨਾਂ ਨਾਲ ਕਿਸ ਤਰ੍ਹਾਂ ਜੁੜਦੀਆਂ ਨੇ ਤੇ ਕਿਸ ਪੱਧਰ ਤੱਕ ਦੀ ਸਜ਼ਾ ਰਾਮ ਰਹੀਮ ਨੂੰ ਇਸ ਕੇਸ 'ਚ ਹੋ ਸਕਦੀ ਹੈ। ਚਰਚਾ ਇਹ ਵੀ ਹੈ ਕਿ ਇਸ ਕੇਸ 'ਚ ਫਾਂਸੀ ਦੀ ਸਜ਼ਾ ਵੀ ਰਾਮ ਰਹੀਮ ਨੂੰ ਹੋ ਸਕਦੀ ਹੈ। ਇਹ ਅਦਾਲਤ ਦੀ ਸੂਝ-ਬੂਝ ਉੱਤੇ ਕੇਂਦਰਿਤ ਹੈ, ਆਧਾਰਿਤ ਹੈ ਕਿ ਉਹਨਾਂ ਨੇ ਕੀ ਸਜ਼ਾ ਦੇਣੀ ਹੈ। ਪਰ ਅੱਜ ਜੋ ਗੱਲਾਂ ਅਸੀਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਉਹ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਸ਼ਾਇਦ ਹੁਣ ਤੱਕ ਪਬਲਿਕ ਡੋਮੇਨ 'ਚ ਨਹੀਂ ਆਈਆਂ, ਕਿਉਂਕਿ ਉਹ ਗੱਲਾਂ ਡੇਰੇ ਦੇ ਹੀ ਪੁਰਾਣੇ ਰਾਜਦਾਰ ਰਹੇ, ਰਾਮ ਰਹੀਮ ਦੇ ਕਿਸੇ ਸਮੇਂ ਕਰੀਬੀ ਰਹੇ ਤੇ ਇਸ ਰਣਜੀਤ ਸਿੰਘ ਹੱਤਿਆ ਕੇਸ ਨੂੰ ਬਤੌਰ ਵਕੀਲ ਵੀ ਤੇ ਬਤੌਰ ਇੱਕ ਇਨਸਾਨ ਵੀ ਘੋਖਦੇ ਰਹੇ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਤੁਹਾਡੇ ਨਾਲ ਸਾਂਝੀਆਂ ਕਰਨਗੇ। ਜੋਸ਼ੀ ਸਾਹਿਬ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਜੋਸ਼ੀ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਦੱਸੋ ਕਿ ਪੂਰੀ ਉਮੀਦ ਜਿੱਦਾਂ ਜ਼ਾਹਰ ਕੀਤੀ ਜਾ ਰਹੀ ਹੈ ਕਿ 18 ਅਕਤੂਬਰ ਦਿਨ ਸੋਮਵਾਰ ਨੂੰ ਅਦਾਲਤ ਜਿਹੜੀ ਹੈਗੀ ਹੈ ਸਜ਼ਾ ਸੁਣਾ ਦੇਗੀ, ਜੋ ਕਿ ਸ਼ਾਇਦ ਉਮੀਦ ਕੀਤੀ ਜਾ ਰਹੀ ਸੀ ਕਿ ਹਾਲੇ 2-4 ਦਿਨ ਪਹਿਲਾਂ ਵੀ ਸੁਣਾਈ ਜਾ ਸਕਦੀ ਸੀ, ਉਹ ਕਿਸੇ ਕਾਰਨ ਡਿਲੇ ਹੋ ਗਈ। ਗੱਲ ਇਹ ਹੈ ਵੀ ਪਿਛਲੀ ਤਾਰੀਖ 'ਤੇ ਜਦੋਂ CBI ਵੱਲੋਂ ਆਪਣੇ ਆਰਗੂਮੈਂਟਸ ਰੱਖੇ ਗਏ ਮੈਕਸੀਮਮ ਪੈਨਲਟੀ ਲਈ, ਯਾਨੀ ਡੈਥ ਸੈਂਟੈਂਸ ਲਈ ਉਹਨਾਂ ਨੇ ਆਰਗੂਮੈਂਟ ਕੀਤਾ। ਉਹਦੇ ਵਿੱਚ ਉਹਨਾਂ ਨੇ ਕਾਫੀ ਗੱਲਾਂ ਕਹੀਆਂ ਵੀ ਇੱਕ ਤਾਂ ਗੋਡਲੀ ਫਿਗਰ ਹੋ ਕੇ ਇਹੋ ਜਿਹੇ ਕ੍ਰਾਈਮ ਕਰਨੇ ਜਿਹੜਾ ਹੈਗਾ ਬੰਦਾ ਸੋਸਾਇਟੀ 'ਚ ਰਹਿਣ ਦੇ ਕਾਬਿਲ ਹੈ ਨਹੀਂ, ਤੇ ਦੂਸਰਾ ਰੇਪ ਵਰਗੇ ਇੰਸੀਡੈਂਟ, ਪੱਤਰਕਾਰ ਰਾਮਚੰਦਰ ਛਤਰਪਤੀ ਦਾ ਮਰਡਰ, ਉਸ ਤੋਂ ਬਾਅਦ ਸਾਧਵੀਆਂ ਦੇ ਜੋ ਸ਼ੋਸ਼ਣ, ਕਾਸਟ੍ਰੇਸ਼ਨ, ਬੇਅਦਬੀਆਂ 'ਚ ਮੌਡ ਬਲਾਸਟ, ਔਰ ਬਹੁਤ ਸਾਰੇ ਕ੍ਰਾਈਮ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਟਰੈਕ ਰਿਕਾਰਡ ਹੈ ਜਿਹੜਾ ਉਹ ਬਹੁਤ ਅੱਛਾ ਹੈ ਨਹੀਂ। ਤੇ ਦੂਜਾ ਜਿਹੜਾ ਫਿਰ ਰਾਮ ਰਹੀਮ ਦੇ ਵਕੀਲਾਂ ਵੱਲੋਂ ਜੋ ਲੈਟਰ ਲਿਆ ਕੇ ਪੇਸ਼ ਕੀਤਾ ਗਿਆ ਵੀ ਉਹ ਅੱਛੇ ਵਰਕ ਕਰਦੇ ਨੇ, ਅੱਛਾ ਇਹ ਕਰਦੇ ਨੇ, ਉਹਦੇ ਵਿੱਚ ਜਿਹੜਾ ਹੈਗਾ ਕੁਝ ਜੱਜਮੈਂਟਾਂ CBI ਵੱਲੋਂ ਪੇਸ਼ ਕੀਤੀਆਂ ਗਈਆਂ। ਉਹਨਾਂ ਦੇ ਵਕੀਲ ਨੇ, ਰਾਮ ਰਹੀਮ ਦੇ ਨੇ ਕਿਹਾ ਵੀ ਅਸੀਂ ਇਹਨੂੰ ਵੀ ਘੋਖਣਾ, ਤੇ ਅਦਾਲਤ ਨੇ ਵੀ ਉਹ ਲੈਟਰ ਨੂੰ ਵਾਚਣ ਵਾਸਤੇ ਸਮਾਂ ਲਿਆ ਸੀਗਾ। ਵੈਸੇ ਆਮ ਲੋਕਾਂ ਨੂੰ ਨਹੀਂ ਪਤਾ, ਵੈਸੇ ਤਾਂ ਸਾਰੀ ਸੰਸਥਾਵਾਂ ਜ਼ਿਆਦਾਤਰ ਇੱਦਾਂ ਹੋ ਸਕਦਾ ਕਰਦੀਆਂ ਹੁਣ ਬਈ ਲੋਕ ਭਲਾਈ ਦੇ ਕੰਮਾਂ 'ਤੇ ਬੜਾ ਵੱਡਾ ਫੰਡ ਇਕੱਠਾ ਕੀਤਾ ਜਾਂਦਾ।
ਕਾਲਾ ਧਨ ਵੀ ਜਿਹੜਾ ਹੈਗਾ ਚਿੱਟਾ ਹੁੰਦਾ ਹੈ। ਡੇਰੇ ਬਾਰੇ ਅਕਸਰ ਸਾਨੂੰ ਬਹੁਤ ਸਾਰੇ ਪ੍ਰਬੰਧਕ ਸਾਡੇ ਨਜ਼ਦੀਕ ਸੀਗੇ, ਜਿਹੜੇ ਉਹਨਾਂ ਨੇ ਕਈ ਵਾਰੀ ਦੱਸਿਆ ਵੀ ਜਿਵੇਂ ਸੋਕਾ ਪਿਆ ਸੀਗਾ, ਬਹੁਤ ਸਾਰੀ ਤੂੜੀ ਇਕੱਠੀ ਕਰ ਲਈ ਤੇ ਉਹ ਕਲੈਤ ਦੇ ਡੇਰੇ 'ਚ ਜਾ ਕੇ ਉਹ ਵੇਚ ਦਿੱਤੀ ਜਾਂਦੀ ਸੀ, ਥੋੜੀ ਜਿਹੀ ਭੇਜੀ ਜਾਂਦੀ ਸੀ। ਇਸੇ ਤਰ੍ਹਾਂ ਬਹੁਤ ਸਾਰਾ ਪੰਜਾਬ 'ਚੋਂ, ਹਰਿਆਣੇ 'ਚੋਂ, ਯੂਪੀ 'ਚੋਂ, ਰਾਜਸਥਾਨ 'ਚੋਂ ਬਹੁਤ ਸਾਰਾ ਪੈਸਾ ਕਲੈਕਟ ਕਰਕੇ ਉਹਦੇ ਵਿੱਚੋਂ 10% ਖਰਚ ਕਰਕੇ ਵਾਹਵਾਈ ਵੀ ਲਈ ਜਾਂਦੀ ਜੀ, ਕਲੈਕਟਰ ਤੋਂ ਸਰਟੀਫਿਕੇਟ ਵੀ ਲੈ ਜਾਂਦੀ। ਤੇ ਇਦਾਂ ਦੀ ਜਿਹੜੀ ਲੋਕ ਭਲਾਈ ਆ ਉਹਦੀ ਗ੍ਰੈਵਿਟੀ ਕੀ ਆ, ਉਹਨੇ ਕੋਰਟ ਨੇ ਕੰਸੀਡਰ ਕਰਨਾ ਜੀ। ਇਹ ਇਸ ਗੱਲ ਕਰਕੇ 18 ਤਰੀਕ ਨੂੰ ਹੁਣ ਰਾਮ ਰਹੀਮ ਦੇ ਵਕੀਲਾਂ ਵੱਲੋਂ ਜਿਹੜਾ ਹੈਗਾ ਉਹ ਦੱਸਣਾ ਵੀ ਉਹ ਕਿਵੇਂ ਲੀਨੀਅੰਸ ਦਾ ਹੱਕਦਾਰ ਹੈ। ਇਹ ਅਸਲ 'ਚ ਆਪਣਾ ਬਚਨ ਸਿੰਘ ਵਰਸਸ ਸਟੇਟ ਆਫ ਪੰਜਾਬ ਸੁਪਰੀਮ ਕੋਰਟ ਨੇ ਇੱਕ ਡਿਸਾਈਡ ਕੀਤਾ ਸੀ। ਇਵੇਂ ਜ਼ਿਕਰ ਇੱਕ ਜਗਮੋਹਨ ਸਿੰਘ ਵਰਸਸ ਸਟੇਟ ਆਫ ਉੱਤਰ ਪ੍ਰਦੇਸ਼, ਉਹਦੇ ਵਿੱਚ ਕਾਫੀ ਗਾਈਡਲਾਈਨਸ ਦਿੱਤੇ ਨੇ ਰੇਅਰ ਆਫ ਦੀ ਰੇਅਰ ਕੇਸ ਕਿਹੜਾ ਹੁੰਦਾ ਤੇ ਡੈਥ ਪੈਨਲਟੀ ਦੇਣ ਵੇਲੇ ਕੋਰਟ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਕੇਸ 'ਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਆਈਆਂ ਨੇ, ਪਰ ਹਰ ਕੇਸ ਦੀ ਆਪਣੀ ਹੁੰਦੀ, ਜਿਵੇਂ ਤੁਸੀਂ ਕਿਹਾ ਵੀ ਜੱਜ ਸਾਹਿਬ ਦੀ ਸੂਝ-ਬੂਝ ਤੇ ਡਿਪੈਂਡ ਕਰਦਾ ਹੈ, ਕਿਉਂਕਿ ਉਹਨਾਂ ਦੇ ਸਾਹਮਣੇ ਕਿਹੜੇ ਹੋਰ ਤੱਥ ਨੇ ਜੋ ਫਾਈਲ ਤੋਂ ਬਾਹਰ ਵੀ ਉਹਨਾਂ ਦੇ ਧਿਆਨ 'ਚ ਲਿਆਂਦੇ ਜਾਂਦੇ ਨੇ, ਉਹ ਸਾਰਿਆਂ ਨੂੰ ਕੰਸੀਡਰ ਕਰਦੇ। ਜਾਣੀ ਅਗਰ ਕੋਈ ਐਸਾ ਅਪਰਾਧ ਕਰਦਾ ਹੈ ਗॉडली ਫਿਗਰ ਹੋ ਕੇ, ਇੱਕ ਸੰਤ ਹੋ ਕੇ, ਜਿਹੜਾ ਸ਼ੌਕਿੰਗ ਕੰਸਾਇੰਸ ਆਫ ਦੀ ਸੁਸਾਇਟੀ ਤੱਕ ਪਹੁੰਚਦਾ ਵੀ ਰਾਮ ਰਹੀਮ ਬਾਬਾ ਹੋ ਕੇ ਇੱਦਾਂ ਦੇ ਕੰਮ ਕਰਦਾ ਰਿਹਾ, ਇੱਦਾਂ ਬੇਬਸ ਕੁੜੀਆਂ ਜਿਹੜੀਆਂ ਉਹਨੂੰ ਪਿਤਾ ਜੀ ਐਡਰੈਸ ਕਰਦੇ ਉਹਨਾਂ ਨਾਲ ਐਂ ਕਰਦਾ ਰਿਹਾ, ਤੇ ਇਹ ਸਾਰੀਆਂ ਚੀਜ਼ਾਂ ਦੀ ਜੇ ਗ੍ਰੈਵਿਟੀ ਨੂੰ ਕੋਰਟ ਨੇ ਕੰਸੀਡਰ ਕਰ ਲਿਆ ਤਾਂ ਕੋਰਟ ਕੈਨ ਗ੍ਰਾਂਟ ਡੈਥ ਪੈਨਲਟੀ ਆਲਸੋ, ਮੌਤ ਦੀ ਸਜ਼ਾ ਹੋ ਸਕਦੀ ਹੈ। ਅਦਰਵਾਈਜ਼ ਇਹਦੇ ਵਿੱਚ ਉਮਰ ਕੈਦ ਤੋਂ ਘੱਟ ਤਾਂ ਕੋਈ ਪ੍ਰਾਵਧਾਨ ਹੈ ਹੀ ਨਹੀਂ। ਉਮਰ ਕੈਦ ਤਾਂ ਤੈਅ ਹੈ। ਹਾਂਜੀ। ਹਾਲਾਂਕਿ ਸਜ਼ਾ ਦਾ ਦਿਨ ਆ ਗਿਆ ਹੈ, ਕਾਫੀ ਸਾਰੀ ਬਹਿਸ ਹੋ ਚੁੱਕੀ ਹੈ, ਕਰੀਬ 18-19 ਸਾਲ ਲਗਭਗ ਕੇਸ ਚੱਲਿਆ ਇਹ। ਪਰ ਆਪਾਂ ਜੇ ਇੱਕ ਮੋਟੇ ਤੌਰ ਦੇ ਉੱਤੇ ਆਮ ਭਾਸ਼ਾ 'ਚ ਗੱਲ ਕਰੀਏ, ਮੇਰੀ ਫਰਜ਼ ਕਰੋ ਤੁਹਾਡੇ ਨਾਲ ਦੁਸ਼ਮਣੀ ਹੈ, ਜੇ ਮੈਨੂੰ ਦੁਨੀਆ ਨੂੰ ਵੀ ਪਤਾ ਹੈ, ਅਦਾਲਤਾਂ ਨੂੰ ਵੀ ਪਤਾ ਦੁਸ਼ਮਣੀ ਹੈ, ਜੇ ਮੈਂ ਤੁਹਾਡਾ ਕੋਈ ਨੁਕਸਾਨ ਕਰਨਾ ਹੋਊਗਾ ਤਾਂ ਬੜੇ ਤਰੀਕੇ ਨੇ, ਲੋਕ ਬੜੀਆਂ ਕਿਲਿੰਗਸ ਹੋਈਆਂ ਨੇ, ਇਸ ਤਰ੍ਹਾਂ ਦੀਆਂ ਰਿਵੈਂਜ ਕਿਲਿੰਗਸ ਹੋਈਆਂ ਨੇ ਜਿਹੜੀਆਂ ਐਕਸੀਡੈਂਟ 'ਚ ਹੋ ਗਈਆਂ ਨੇ। ਬੰਦਾ ਸਵੇਰੇ ਰੇਲ ਦੀ ਲਾਈਨ ਦੇ ਉੱਤੇ ਵੱਢਿਆ ਟੁੱਕਿਆ ਮਿਲਿਆ ਜਾਂ ਡੁੱਬ ਕੇ ਮਰ ਕੇ ਮਿਲਿਆ। ਸਿੱਧੀ ਗੋਲੀ ਮਾਰ ਕੇ ਮਾਰਨਾ ਤੇ ਇਸ ਤਰ੍ਹਾਂ ਬਦਲਾ ਲੈਣਾ, ਇਹ ਤਾਂ ਸਿੱਧਾ ਆਪਣੇ ਹੀ ਹੱਥ ਫੜਾਉਣ ਵਾਲੀ ਗੱਲ ਹੈ। ਲੱਗਦਾ ਨਹੀਂ ਕਿ ਇਹ ਪੁਆਇੰਟ ਜਿਹੜਾ ਹੈਗਾ ਇਸ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ ਕਿ ਰਾਮ ਰਹੀਮ ਨੇ ਜੇਕਰ ਰਣਜੀਤ ਨੂੰ ਮਾਰਨਾ ਸੀ ਜਾਂ ਮਰਵਾਉਣਾ ਸੀ ਤਾਂ ਬੜੇ ਤਰੀਕਾਕਾਰ ਸੀਗੇ। ਤੁਸੀਂ ਕਿਉਂਕਿ ਨੇੜੇ ਰਹੇ ਹੋ, ਤੁਹਾਨੂੰ ਕੋਈ ਅਗਰ ਇਸ ਬਾਰੇ ਪਤਾ? ਮੈਂ ਇਹਦੀ ਵਜ੍ਹਾ ਦੱਸਦਾ। ਅਸਲ 'ਚ ਤੁਹਾਡੀ ਗੱਲ ਠੀਕ ਹੈ। ਇਹਦੇ ਵਿੱਚ ਨਾ ਮੈਂ ਇੱਕ ਅਕਿਊਜ਼ ਦੀ ਬੇਲ ਗ੍ਰਾਂਟ ਕਰਵਾਈ ਸੀ ਹਾਈ ਕੋਰਟ 'ਚੋਂ, ਅਵਤਾਰ ਸਿੰਘ ਦੀ ਜੀ। ਉਹਦੇ ਬ੍ਰਦਰ ਵੱਲੋਂ ਇੱਕ ਰੀਪ੍ਰਜੈਂਟੇਸ਼ਨ ਭੇਜੀ ਗਈ ਸੀ CBI ਨੂੰ। ਉਹਦੇ ਵਿੱਚ ਕੁਝ ਤੱਥ ਇਹੋ ਜਿਹੇ ਸਾਡੇ ਸਾਹਮਣੇ ਆਏ ਵੀ ਜਦੋਂ ਰਣਜੀਤ ਨੂੰ, ਜਿਹੜਾ ਡਿਸੀਜ਼ਡ ਹੈ ਜਿਹਦਾ ਇਹ ਹੁਣ ਕਤਲ ਕੇਸ ਹੈ, ਰਣਜੀਤ ਨੂੰ ਉਹਦੀ ਸਿਸਟਰ ਜੋ ਡੇਰਾ ਸੱਚਾ ਸੌਦਾ ਦੇ ਵਿੱਚ ਸਾਧਵੀ ਸੀ, ਉਹਨੇ ਇਹ ਡਿਸਕਲੋਜ਼ ਕਰਤਾ ਕਿ ਵੀਰਾ ਇੱਥੇ ਤਾਂ ਇੱਦਾਂ ਲੜਕੀਆਂ ਨਾਲ ਜ਼ਿਆਦਤੀ ਹੋ ਰਹੀ ਹੈ। ਭਰਾ ਨੇ ਵਿਸ਼ਵਾਸ ਨਹੀਂ ਕੀਤਾ। ਉਹਨੇ ਇਹ ਦੱਸਦੇ ਆ ਵੀ 8-10 ਕੁੜੀਆਂ ਉਹਨੂੰ ਹੋਰ ਮਿਲਾਤੀਆਂ। ਉਹ ਮਤਲਬ ਸੁਣ ਰਹਿ ਗਿਆ ਇਹ ਸੁਣ ਕੇ ਵੀ ਜੋ ਬਾਬਾ ਇਹ ਸੰਗਤ ਨੂੰ ਸਮਝਾ ਰਿਹਾ ਵੀ ਪਰਾਈ ਔਰਤ ਨੂੰ ਮਾਂ ਭੈਣ ਸਮਝਣਾ, ਤੇ ਉਹ ਆਪ ਇੱਦਾਂ ਦੀ ਗੱਲ ਕਰ ਰਿਹਾ। ਇਸ ਗੱਲ 'ਤੇ ਉਹ ਆਪਣੀਆਂ ਬੇਟੀਆਂ ਨੂੰ ਤੇ ਭੈਣ ਸਾਧਵੀ ਨੂੰ ਡੇਰੇ 'ਚੋਂ ਕੱਢ ਕੇ ਲੈ ਗਿਆ। ਪਰ ਇਹ ਲੜਕੀਆਂ ਜਿਹੜੀਆਂ ਐਵੀਡੈਂਸ ਦੇ ਵਿੱਚ ਇਨਵੈਸਟੀਗੇਸ਼ਨ 'ਚ ਵੀ ਆ ਰਿਹਾ ਵੀ ਇੱਕ ਦੂਜੇ ਨਾਲ ਫੋਨਾਂ 'ਤੇ ਸੰਪਰਕ 'ਚ ਰਹੀਆਂ ਜੀ। ਇਹ ਇੱਕ ਤਰ੍ਹਾਂ ਦਾ ਗਰੁੱਪ ਬਣ ਗਿਆ ਸੀ। ਇਸ ਤੋਂ ਬਾਅਦ ਜਿਹੜੀ ਉਹ ਗੁੰਮਨਾਮ ਚਿੱਠੀ ਆਈ ਜਿਹਦੇ ਵਿੱਚ ਸੈਕਸ਼ੂਅਲ ਐਕਸਪਲਾਇਟੇਸ਼ਨ ਦੇ ਐਲੀਗੇਸ਼ਨ ਸੀ ਬਾਬਾ ਦੇ, ਜੋ ਹਾਈ ਕੋਰਟ 'ਚ ਵੀ ਹਾਈ ਕੋਰਟ ਨੇ ਕੋਗਨੀਜੈਂਸ ਲੈ ਕੇ ਜਿਹਨੂੰ ਬਾਅਦ 'ਚ CBI ਨੂੰ ਮਾਰਕ ਕਰਤਾ ਵੀ ਇਨਵੈਸਟੀਗੇਸ਼ਨ ਕਰੇ। ਸੈਸ਼ਨ ਜੱਜ ਸਰਸਾ ਤੋਂ ਰਿਪੋਰਟ ਵੀ ਮੰਗੀ ਸੀ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਸੀ ਵੀ ਇਹ ਐਲੀਗੇਸ਼ਨ ਪੋਸੀਬਲ ਹੋ ਸਕਦੇ ਨੇ, ਇਹਨਾਂ ਦੀ CBI ਤੋਂ ਜਾਂਚ ਕਰਾ ਲਈ ਜਾਵੇ ਜੀ। ਤਾਂ ਇਹਦੀ ਡੇਰੇ ਵੱਲੋਂ ਵੀ ਗੁੰਮਨਾਮ ਚਿੱਠੀ ਦੀ ਜਾਂਚ ਸ਼ੁਰੂ ਹੋ ਗਈ ਸੀ। ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ, ਪਤਾ ਕਰੋ ਵੀ ਇਹ ਕਿਹਨੇ ਲਿਖੀ ਹੈ। ਇੱਕ ਪਾਸੇ ਹਾਈ ਕੋਰਟ ਦੇ ਕਹਿਣ ਦੇ ਉੱਤੇ CBI ਕੰਮ 'ਚ ਲੱਗ ਗਈ, ਜ਼ਿਲ੍ਹਾ ਪ੍ਰਸ਼ਾਸਨ ਕੰਮ 'ਚ ਲੱਗ ਗਿਆ, ਦੂਜੇ ਪਾਸੇ ਡੇਰਾ ਅੰਦਰੂਨੀ ਤੌਰ ਤੇ ਇਸ ਖੋਜਬੀਨ 'ਚ ਲੱਗ ਗਿਆ ਕਿ ਕਿਹਨੇ ਲਿਖੀ ਹੈ ਚਿੱਠੀ। ਹਾਂ, ਇਹ ਜਿਹੜਾ ਮੈਂ ਉਹਦਾ ਜਵਾਬ ਲਿਆ ਰਿਹਾ ਵੀ ਇਹ ਇਮੀਡੀਏਟਲੀ ਉਹਨੂੰ ਗੋਲੀ ਮਾਰ ਕੇ ਮਾਰਨ ਦੀ ਕਿਉਂ ਨੌਬਤ ਆ ਗਈ ਸੀ। ਤਾਂ ਇਹ ਇੱਕ ਟੀਮ ਪੰਜਾਬ ਦੇ ਵਿੱਚ ਫਿਰਦੀ ਸੀ। ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਜ਼ਿਕਰ ਆ ਰਿਹਾ ਸੀ ਵੀ ਇੱਕ ਖੰਨੇ ਦੀ ਇਫੈਕਟਡ ਲੜਕੀ ਸੀ, ਇੱਕ ਧਨੌਲੇ ਦੀ ਇਫੈਕਟਡ ਲੜਕੀ ਸੀ, ਇੱਕ ਬਠਿੰਡੇ ਦੀ, ਸੰਗਰੂਰ ਦੀ, ਹਨੂੰਮਾਨਗੜ੍ਹ ਦੀ, ਇੱਦਾਂ ਕੁਛ ਤਾਂ ਗੱਲਾਂ ਆਈਆਂ ਹੀ ਸੀਗੀਆਂ ਜੀ। ਤਾਂ ਉਹ ਟੀਮ ਬਰਨਾਲੇ ਕੋਲੇ ਗਈ
ਤੇ ਉਹ ਲੜਕੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਲੜਕੀ ਬੜੀ ਵੋਕਲ ਸੀਗੀ, ਬਾਬੇ ਨੂੰ ਸ਼ੈਤਾਨ ਬੋਲਦੀ ਸੀ ਕਿਉਂਕਿ ਅਫੈਕਟਡ ਸੀ। ਤੇ ਉਹਨੇ ਜੀ ਜਦੋਂ ਇਹਨਾਂ ਨੇ ਜਾ ਕੇ ਟੀਮ ਨੇ ਪੁੱਛਿਆ ਤਾਂ ਉਹਨੇ ਕੁਝ ਨਹੀਂ ਦੱਸਿਆ ਇਹਨਾਂ ਨੂੰ। ਸੀਬੀਆਈ ਦੀ ਟੀਮ ਨੇ? ਨਹੀਂ, ਡੇਰੇ ਦੀ ਟੀਮ ਨੇ ਜੀ। ਡੇਰੇ ਦੀ ਟੀਮ ਨੇ ਜਦੋਂ ਪੁੱਛਿਆ ਤਾਂ ਉਹਨੇ ਕੁਝ ਨਹੀਂ ਦੱਸਿਆ। ਡੇਰੇ ਦੀ ਟੀਮ ਬੜੀ ਸ਼ਾਤਰ ਸੀਗੀ, ਉਹਨਾਂ ਨੇ ਬਾਹਰ ਆ ਕੇ ਉਹਨਾਂ ਨੂੰ ਕਹਿੰਦੇ ਟੈਲੀਫੋਨ ਕੀਤਾ ਵੀ ਤੁਹਾਡਾ ਲੀਡਰ ਕੌਣ ਹੈ, ਅਸੀਂ ਤੁਹਾਡਾ ਸਟੇਟਮੈਂਟ ਲੈਣਾ ਹੈ, ਇੱਦਾਂ ਆਹ ਗੱਲ ਹੈ ਵੀ ਅਸੀਂ ਏਜੰਸੀ ਤੋਂ ਬੋਲ ਰਹੇ ਹਾਂ, ਸੀਬੀਆਈ ਤੋਂ ਬੋਲ ਰਹੇ ਹਾਂ। ਆਹੋ। ਤੇ ਉਹ ਲੜਕੀ ਨੇ ਦੱਸਤਾ ਵੀ ਸਾਡੀ ਲੀਡਰ ਹੈ ਜਿਹੜੀ ਉਹ ਬਠਿੰਡੇ ਦੀ ਹੈ, ਜਿਹੜੀ ਜਿਨ੍ਹਾਂ ਦੀ ਉਹ ਰੀੜ੍ਹ ਦੀ ਹੱਡੀ ਦੀ ਗੱਲ ਚੱਲਦੀ ਸੀਗੀ ਜੀ। ਉਹ ਟੀਮ ਉੱਥੇ ਗਈ ਡੇਰੇ ਦੀ, ਤੇ ਉਹਨਾਂ ਨੇ ਜਾ ਕੇ ਉੱਥੇ ਡੇਰੇ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ, ਇਹ ਬਹੁਤ ਗਲਤ ਹੋ ਰਿਹਾ ਜੀ, ਫਲਾਣਾ ਕਰ। ਉਹ ਪ੍ਰਭਾਵ 'ਚ ਆ ਗਏ ਵੀ ਇਹ ਤਾਂ ਸਾਡੇ ਨਾਲ ਦੀ ਬੰਦੇ ਨੇ। ਅਸਲ 'ਚ ਉਸ ਲੇਡੀ ਨੇ ਵਿਚਾਰੀ ਨੇ ਸਾਰਾ ਕੁਝ ਦੱਸਤਾ ਵੀ 8 ਕੁੜੀਆਂ ਨੂੰ ਰਣਜੀਤ ਲੈ ਕੇ ਦਿੱਲੀ ਜਾਏਗਾ, ਮੀਡੀਆ ਮੂਹਰੇ ਦਿੱਲੀ ਪੇਸ਼ ਕਰੇਗਾ, ਪ੍ਰਧਾਨ ਮੰਤਰੀ ਸੀ ਅਟਲ ਬਿਹਾਰੀ ਵਾਜਪਾਈ ਕੋਲੇ ਪੇਸ਼ ਕਰੇਗਾ, ਕਿਉਂਕਿ ਪੰਜਾਬ ਤੇ ਹਰਿਆਣੇ ਦੇ ਦੋਨੇ ਇੱਥੇ ਮੁੱਖ ਮੰਤਰੀ ਆਉਂਦੇ ਨੇ, ਇੱਥੇ ਇਨਸਾਫ ਮਿਲਣ ਦੀ ਕੋਈ ਗੁੰਜਾਇਸ਼ ਹੈ ਨਹੀਂ। ਬਾਬਾ ਬੜਾ ਪ੍ਰਭਾਵਸ਼ਾਲੀ ਹੈ ਤੇ 12 ਤਰੀਕ ਨੂੰ ਵੀ ਉਹ ਉੱਥੇ ਜਾਣਾ। ਚੱਲ ਚੰਗਾ ਹੋ ਗਿਆ, ਤੁਸੀਂ ਵੀ ਸਾਡਾ ਸਹਿਯੋਗ ਕਰੋਗੇ। ਉਹ ਟੀਮ ਨੇ ਜਾ ਕੇ ਇਨਫੋਰਮ ਕਰਤਾ ਬਾਬੇ ਨੂੰ। ਓਕੇ। ਇਮੀਡੀਏਟਲੀ ਇੱਥੋਂ ਸਟੋਰੀ ਸ਼ੁਰੂ ਹੁੰਦੀ ਹੈ ਜੋ ਖੱਟਾ ਸਿੰਘ ਦਾ ਸਟੇਟਮੈਂਟ ਹੈ ਜੀ। ਫਿਰ ਬਾਬੇ ਨੇ ਮੀਟਿੰਗ ਹੋਲਡ ਕਰੀ। ਖੱਟਾ ਸਿੰਘ ਕਿਉਂਕਿ ਡੇਰੇ ਦਾ ਪ੍ਰਬੰਧਕ ਸੀਗਾ, ਬਾਬੇ ਦੀ ਗੱਡੀ ਵੀ ਚਲਾਉਂਦਾ ਸੀਗਾ, ਤੇ ਉਹ ਜਿਹੜੇ ਮੋਹਤਵਰ ਬੰਦੇ ਸੀ ਤਕਰੀਬਨ ਉੱਥੇ ਹੁੰਦੇ ਹੀ ਸੀਗੇ, ਤੇ ਉਹ ਸਾਰੇ ਮੀਟਿੰਗ ਜਿਵੇਂ ਉਹਨੇ ਦੱਸਿਆ ਬੈਠੇ ਸੀਗੇ। ਤੇ ਬਾਬੇ ਨੇ ਫਿਰ ਉਹਦੇ 'ਚ ਕਿਹਾ ਖੱਟਾ ਸਿੰਘ ਦੇ ਸਟੇਟਮੈਂਟ ਮੁਤਾਬਕ ਵੀ ਉਹ ਡੇਰੇ ਦੇ ਭੇਤ ਖੋਲੂਗਾ ਭਾਈ, ਉਹਨੂੰ ਜਾ ਕੇ ਮਾਰ ਕੇ। ਬਾਬੇ ਨੂੰ ਐਪਰੀਹੈਂਸ਼ਨ ਸੀਗਾ ਬਈ ਉਹ ਕਿਤੇ ਮੈਡੀਕਲ ਨਾ ਕਰਾ ਲੇ ਤੇ ਦੂਜਾ ਪਰਦਾ ਨਾ ਖੋਲ ਦੇ, ਕੁੜੀਆਂ ਦਾ ਮੈਡੀਕਲ ਨਾ ਕਰਾ ਲੇ। ਬਾਬੇ ਨੇ ਜਿਹੜਾ ਇਹ ਰੇਪ ਐਪੀਸੋਡ ਨੂੰ ਪਰਦੇ 'ਚ ਰੱਖਣ ਲਈ ਹੀ ਰਣਜੀਤ ਦਾ ਮਰਡਰ ਕਰਵਾਤਾ। ਤੇ ਛਤਰਪਤੀ ਨੇ ਚਿੱਠੀ ਛਾਪ ਦਿੱਤੀ। ਉਹ ਬਾਬਾ ਨਹੀਂ ਚਾਹੁੰਦਾ ਸੀ ਵੀ ਸੰਗਤ ਨੂੰ ਇਹ ਐਲੀਗੇਸ਼ਨਾਂ ਬਾਰੇ ਪਤਾ ਚੱਲੇ। ਬਾਬੇ ਨੇ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਸੀ ਵੀ ਇਹਨੂੰ ਕਿਸੇ ਨੇ ਨਹੀਂ ਪੜ੍ਹਨਾ, ਪਾਪ ਲੱਗੂਗਾ, ਤੇ ਇੱਦਾਂ ਦੀਆਂ ਵੀ ਗੱਲਾਂ ਆਈਆਂ ਸੀਗੀਆਂ। ਤੇ ਪਰ ਇਹ ਚਿੱਠੀ ਜਿਹੜੀ ਹੈਗੀ ਆ ਪਹਿਲਾਂ ਅਮਰ ਉਜਾਲਾ ਛਪੀ ਸੀਗੀ ਜੀ। ਅਮਰ ਉਜਾਲਾ ਤੋਂ ਬਾਅਦ ਇੱਕ ਫਤਿਆਬਾਦ ਤੋਂ ਅਖਬਾਰ ਹੈ ਲੇਖਾ ਜੋਖਾ, ਉਹ 'ਚ ਵੀ ਛਪੀ ਤੀ ਜੀ। ਤੇ ਉਹ ਗੁੰਮਨਾਮ ਚਿੱਠੀ ਨੂੰ ਸਰਕੂਲੇਟ ਕਰ ਲਈ ਜਿੱਥੇ ਰਣਜੀਤ ਆਪਣਾ ਐਲੀਗੇਸ਼ਨ ਆ ਰਹੇ ਸੀਗੇ, ਔਰ ਉਹਨੂੰ ਇਹ ਵੀ ਸਮਝਿਆ ਜਾ ਰਿਹਾ ਸੀ ਵੀ ਰਣਜੀਤ ਇਹਦੀ ਕ੍ਰੀਏਸ਼ਨ ਦੇ ਪਿੱਛੇ ਰਣਜੀਤ ਹੈ ਜੀ। ਤਾਂ ਇਹਨਾਂ ਨੇ ਡੇਰੇ ਵਾਲਿਆਂ ਦੀਆਂ ਜਿਹੜੀਆਂ ਟੀਮਾਂ ਫਿਰਦੇ ਤੇ ਲੇਖਾ ਜੋਖਾ ਦਾ ਦਫ਼ਤਰ ਤੋੜਤਾ ਸੀਗਾ, ਫਤਿਆਬਾਦ ਜਾ ਕੇ ਤਹਿਸ ਨਹਿਸ ਕਰਤਾ ਸੀਗਾ ਅਖਬਾਰ ਦਾ ਜਿਹੜਾ ਹੈਗਾ। ਰਾਜਾ ਰਾਮ ਹੰਡਿਆਇਆ ਤਰਕਸ਼ੀਲ ਸਾਈਡ ਦਾ ਇੱਕ ਬਲਵੰਤ ਸਿੰਘ ਨਾਲ ਵੀ ਪ੍ਰੋਟੈਸਟ ਕੀਤਾ, ਤੇ ਰਾਜਾ ਰਾਮ ਹੰਡਿਆਇਆ ਨੂੰ ਤਾਂ ਕੁੱਟਿਆ ਵੀ ਸੀਗਾ ਬਹੁਤ ਜ਼ਿਆਦਾ ਜੀ। ਤੇ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਵੀ ਬਹੁਤ ਹੋਈਆਂ ਉਦੋਂ ਡੇਰੇ ਦੀ ਦਹਿਸ਼ਤ ਬਹੁਤ ਸੀ। ਤੇ ਇਸ ਤਰ੍ਹਾਂ ਚੱਲਦੇ ਜਿਹੜਾ ਹੈਗਾ, ਜਦੋਂ ਇਹ ਬਾਬੇ ਨੂੰ ਪਤਾ ਲੱਗਿਆ ਵੀ ਉਹ ਦਿੱਲੀ ਲੈ ਕੇ ਜਾ ਰਿਹਾ ਲੜਕਿਆਂ ਨੂੰ, ਤਾਂ ਇਮੀਡੀਏਟਲੀ ਖੱਟਾ ਸਿੰਘ ਦੇ ਸਟੇਟਮੈਂਟ ਦੇ ਮੁਤਾਬਕ ਫਿਰ ਡਿਸਾਈਡ ਹੋਇਆ ਵੀ ਭਾਈ ਉਹਨੂੰ ਮਾਰ ਕੇ ਆਓ, ਜਿਵੇਂ ਕਿਵੇਂ ਕਰੋ ਵੀ ਮਾਰੋ ਉਹਨੂੰ। ਵਾਹ, ਇਹ ਇਦਾਂ ਹੋਇਆ ਕਿਉਂਕਿ ਸਾਜ਼ਿਸ਼ ਰਚਨ ਦਾ ਟਾਈਮ ਨਹੀਂ ਮਿਲਿਆ, ਸਿੱਧੀ ਗੋਲੀ ਮਾਰਨ ਦਾ ਫੈਸਲਾ ਲਿਆ ਗਿਆ। ਸੀਬੀਆਈ ਨੂੰ ਦੋਸ਼ ਨਹੀਂ ਦੇ ਸਕਦੇ, ਸੀਬੀਆਈ ਨੂੰ ਬਾਬੇ ਦਾ ਇੰਨਾ ਉਦੋਂ ਅਸਰ ਰਸੂਖ ਸੀ, ਔਰ ਬਾਬੇ ਨੇ ਐਸਾ ਔਰਾ ਬਣਾਇਆ ਹੈ ਵੀ ਇਹ ਰੱਬ ਦਾ ਰੂਪ, ਆਮ ਸੰਗਤ ਇਹ ਸਮਝਦੀ ਸੀ। ਉਦੋਂ ਜਿਹੜਾ ਹੈਗਾ ਕੋਈ ਵੀ ਸੀਬੀਆਈ ਨੂੰ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਸੀਗਾ। ਇਹ ਗੱਲਾਂ ਬਾਅਦ 'ਚ ਟਰੈਵਲ ਕਰਦਿਆਂ ਸਾਡੇ ਪਾਸ ਪਹੁੰਚੀਆਂ ਜੀ। ਬੇਅਦਬੀਆਂ ਦਾ ਦੌਰ ਫਿਰ ਕਿਵੇਂ ਸ਼ੁਰੂ ਹੁੰਦਾ, ਖਾਸ ਕਰ ਜੋ ਪੋਸ਼ਾਕ ਦਾ ਸਵਾਂਗ ਹੈ, ਜਾਂ ਉਸ ਤੋਂ ਬਾਅਦ ਫਿਰ ਪੰਜਾਬ 'ਚ ਘਟਨਾਕ੍ਰਮ ਵਾਪਰਦੇ ਨੇ? ਰਣਜੀਤ ਮਰਡਰ ਕੇਸ ਦਾ ਇਹਦੇ ਨਾਲ ਕੋਈ ਸੰਬੰਧ ਹੈ, ਜਾਂ ਉਸ ਤੋਂ ਹੀ ਬਾਅਦ ਫਿਰ, ਜਾਂ ਉਸ ਚੀਜ਼ ਨੂੰ ਰਣਜੀਤ ਮਰਡਰ ਕੇਸ, ਛਤਰਪਤੀ ਮਰਡਰ ਕੇਸ, ਚਿੱਠੀ ਵਾਲੀ ਘਟਨਾ, ਇਹਨਾਂ ਨੂੰ ਜਿਹੜਾ ਹੈਗਾ ਧਿਆਨ ਪਾਸੇ ਹਟਾਉਣ ਵਾਸਤੇ ਜਿਹੜਾ ਇਸ ਪਾਸੇ ਤੁਰਿਆ ਗਿਆ ਡੇਰੇ ਵੱਲੋਂ? ਦੇਖੋ, ਇਹ ਦੋ ਤਾਂ ਮਰਡਰ ਉਸ ਗੁੰਮਨਾਮ ਚਿੱਠੀ ਨਾਲ ਅਟੈਚ ਨੇ। ਉਸੇ ਗੁੰਮਨਾਮ ਚਿੱਠੀ ਨਾਲ ਜਾ ਕੇ ਸਭ ਇਹ ਬੇਅਦਬੀ ਦਾ ਮਾਮਲਾ ਹੈ, ਇਹ ਸਾਰੇ ਜਾ ਕੇ ਉਸੇ ਦਾ ਨਤੀਜਾ ਨਿਕਲਦੇ ਨੇ। ਮੁੱਢ ਮਤਲਬ ਉਹੀ ਸੀ। ਅਸਲ 'ਚ ਕੀ ਹੋਇਆ, 2002 ਦੇ ਵਿੱਚ ਜਦੋਂ ਇਹ ਚਿੱਠੀ ਹਾਈ ਕੋਰਟ ਸੀਬੀਆਈ ਇਨਵੈਸਟੀਗੇਸ਼ਨ ਕਰਨ ਲੱਗੀ, 10/7/2002 ਨੂੰ ਰਣਜੀਤ ਦਾ ਮਰਡਰ ਹੋ ਜਾਂਦਾ ਹੈ। ਫਿਰ ਉਹ ਜਿਹੜਾ ਹੈਗਾ 3 ਮਹੀਨਿਆਂ ਬਾਅਦ ਛਤਰਪਤੀ ਦਾ ਮਰਡਰ ਹੋ ਜਾਂਦਾ ਹੈ ਜੀ। ਇਹ ਸਾਰੇ ਦੇ ਵਿੱਚ ਚੱਲਦੇ 2003 'ਚ ਹਾਈ ਕੋਰਟ ਸੀਬੀਆਈ ਨੂੰ ਦੇ ਦਿੰਦਾ ਇਹ ਸਾਰੇ ਮਾਮਲੇ। 2006 ਦੇ ਵਿੱਚ ਖੱਟਾ ਸਿੰਘ ਦਾ ਸਟੇਟਮੈਂਟ ਆ ਜਾਂਦਾ ਹੈ, ਲੜਕੀਆਂ ਦੇ 164 ਦੇ ਬਿਆਨ ਆ ਜਾਂਦੇ ਨੇ 2006 ਦੇ ਐਂਡ 'ਚ ਜੀ। ਤਾਂ 7 ਦੇ ਐਂਡ 29/4/2007 ਨੂੰ ਜਿਹੜਾ ਹੈਗਾ ਇਹ ਰਾਮ ਰਹੀਮ ਹੈ ਜਿਹੜਾ ਉਹ ਡੇਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਡਰੈਸ ਪਾਉਂਦਾ ਜੀ। ਪਹਿਲਾਂ ਇਹ ਡੇਰੇ 'ਚ ਪਾਈ ਗਈ ਪਹਿਲਾਂ ਸਰਸੇ,
ਉੱਥੇ ਫੋਟੋਆਂ ਖਿੱਚੀ ਜਾਂਦੀਆਂ ਨੇ ਜਿਹੜੀਆਂ ਉਹ 13 ਮਈ ਨੂੰ ਜਦੋਂ ਸਲਾਬਤਪੁਰੇ ਹੁੰਦਾ ਪ੍ਰੋਗਰਾਮ, ਉਹ ਤਾਂ ਸਵੇਰੀ ਛਪ ਗਈਆਂ ਤੇ ਡਰੈਸ ਤਾਂ ਉਹ ਦੁਪਹਿਰ ਨੂੰ ਪਾਉਂਦਾ ਉੱਥੇ, ਅਖਬਾਰਾਂ 'ਚ ਛਪੀਆਂ ਉਹ ਜਿਹੜੀਆਂ ਫੋਟੋਆਂ ਕਿੱਥੋਂ ਆਈਆਂ? ਉਹ ਪਹਿਲਾਂ ਸਰਸੇ ਪ੍ਰੋਗਰਾਮ ਹੋਇਆ ਸੀਗਾ ਤੇ ਉਹ ਰਿਪੀਟ ਕੀਤਾ ਗਿਆ, ਉਹ ਰਿਹਰਸਲ ਹੋਈ ਬੇਸਿਕਲੀ ਇੱਕ ਤਰ੍ਹਾਂ ਕਹੀਏ। ਤਾਂ ਇਹ ਜੋ ਪਰਚਾ ਦਰਜ ਹੋਇਆ 295 ਦਾ ਸਿੱਖੀ ਭਾਵਨਾਵਾਂ ਨੂੰ ਭੜਕਾਉਣ ਵਾਲਾ, ਧਾਰਮਿਕ ਭਾਵਨਾ ਨੂੰ ਭੜਕਾਉਣ ਵਾਲਾ, ਤਾਂ ਇਹਦੇ ਵਿੱਚ ਜਿਹੜਾ ਹੈਗਾ 2007 ਦੇ ਵਿੱਚ ਇਹ ਸਟਾਰਟ ਹੋ ਗਿਆ ਪ੍ਰੋਸੈਸ ਜੀ। ਉਸ ਤੋਂ ਬਾਅਦ ਮਤਲਬ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਸ਼ਾਇਦ ਜੇਕਰ ਇਹ ਨਵਾਂ ਵਿਵਾਦ ਸ਼ੁਰੂ ਹੋ ਗਿਆ ਤਾਂ ਬਲਾਤਕਾਰ ਵਾਲਾ, ਚਿੱਠੀ ਵਾਲਾ, 2-3 ਜਿਹੜੀ ਹੱਤਿਆਵਾਂ ਹੋਈਆਂ ਨੇ ਇਹਨਾਂ ਤੋਂ ਸ਼ਾਇਦ ਧਿਆਨ ਹਟ ਜੇ। ਇਹ ਸੀ ਤੁਹਾਡਾ ਕਹਿਣਾ ਜੋ ਹੈ? ਮੇਰਾ ਕਹਿਣਾ ਇਹ ਹੈ ਵੀ ਇੱਕ ਤਾਂ 2007 ਚ ਕਾਂਗਰਸ ਦੀ ਹਮਾਇਤ ਕੀਤੀ ਸੀ, ਪਰ ਸਰਕਾਰ ਬਾਦਲ ਅਕਾਲੀ ਦਲ ਦੀ ਬਣ ਗਈ ਜੀ। ਉਹ ਭਾਵੇਂ ਤਾਂ ਇਹ ਉਹ ਸਰਕਾਰ ਨੂੰ ਡਾਮਾਡੋਲ ਕਰਨ ਦੀ ਸਥਿਤੀ ਸੀਗੀ, ਜਾਂ ਪ੍ਰੇਮੀਆਂ ਨੂੰ ਇੰਟੈਕਟ ਕਰ ਲਈ ਵੀ ਸਿੱਖਾਂ ਨਾਲ ਲੜਾ ਦਿਓ, ਇਹ ਇੰਟੈਕਟ ਹੋ ਜਾਣਗੇ, ਇੱਧਰ ਰੇਪ ਐਪੀਸੋਡ ਵੱਲ ਕਿਸੇ ਦਾ ਧਿਆਨ ਨਹੀਂ ਜਾਣਾ ਜੀ। ਇਹ ਵੀ ਵਜ੍ਹਾ ਹੋ ਸਕਦੀ ਹੈ। ਮੈਂ ਤੁਹਾਨੂੰ ਦੱਸਦਾ ਵੀ ਬੇਅਦਬੀਆਂ ਦਾ ਵਜ੍ਹਾ ਕੀ ਹੈ ਜਿਹੜੀਆਂ 2015 ਚ ਹੋਈਆਂ। 2007 ਚ ਜਦੋਂ ਇਹ ਕਲੈਸ਼ ਹੋ ਗਿਆ ਸਿੱਖਾਂ ਨਾਲ, ਡੇਰਾ ਪ੍ਰੇਮੀਆਂ ਦਾ ਕਰਵਾ ਦਿੱਤਾ ਗਿਆ, ਤਾਂ ਇਹਦੇ ਨਾਲ ਪੰਜਾਬ 'ਚ ਡੇਰਾ ਮੁਖੀ ਦਾ ਆਉਣਾ ਬੰਦ ਹੋ ਗਿਆ। ਉਸ ਤੋਂ ਬਾਅਦ ਪੰਜਾਬ 'ਚੋਂ ਬੜੀ ਇਨਕਮ ਸੀਗੀ ਸਤਸੰਗਾਂ ਦੀ, ਹੋਰ ਸਲਾਬਤਪੁਰੇ ਹੋਰ ਸਤਸੰਗ ਹੁੰਦਾ, ਕਾਫੀ ਜਿਹੜਾ ਹੈਗਾ ਉਹ ਬਿਜ਼ਨਸ ਬੰਦ ਹੋ ਗਿਆ, ਆਉਣਾ ਜਾਣਾ ਬੰਦ ਹੋ ਗਿਆ, ਸੰਗਤ ਵੀ ਘਟ ਗਈ, ਕੋਈ ਸੰਗਤ ਛੱਡ ਕੇ ਗੁਰੂ ਘਰਾਂ 'ਚ ਜਾਣ ਲੱਗ ਗਈ, ਬਹੁਤ ਫਰਕ ਪੈ ਗਿਆ। ਰਹਿੰਦੀ ਖੁੰਦੀ ਕਸਰ ਹੈ ਜਿਹੜਾ ਸਿੱਖ ਪ੍ਰਚਾਰਕ ਸੀਗੇ ਹਰਜਿੰਦਰ ਮਾਝੀ, ਦਾਦੂਵਾਲ, ਇਹਨਾਂ ਨੇ ਥੋੜਾ ਡੇਰੇ ਦੇ ਖਿਲਾਫ ਖੁੱਲ੍ਹ ਕੇ ਬੋਲਣਾ ਸ਼ੁਰੂ ਕਰਤਾ ਸੀਗਾ। ਇਹ ਬੁਰਜ ਜਵਾਰ ਸਿੰਘ ਵਾਲਾ ਜਦੋਂ ਗੱਲ ਹੁੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ, ਉਦੋਂ ਪਹਿਲਾਂ ਉਹਦਾ ਇੱਕ ਉੱਥੇ ਦੀਵਾਨ ਹੋਇਆ ਸੀਗਾ, ਉਹਦੇ ਵਿੱਚ ਡੇਰਾ ਪ੍ਰੇਮੀਆਂ ਨੇ ਬਾਬੇ ਦੀਆਂ ਫੋਟੋਆਂ ਵਾਲੇ ਲਾਕਟ ਲਾਤੇ ਸੀਗੇ ਤੇ ਅਹਿਦ ਲੈ ਲਿਆ ਸੀਗਾ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਾਂਗੇ ਤੇ ਗੁਰੂ ਘਰ ਨਾਲ ਜੁੜਾਂਗੇ। ਇਸ ਚੀਜ਼ ਦੀ ਰਿਪੋਰਟ ਜਦੋਂ ਡੇਰੇ ਹੋਈ ਤਾਂ ਇਹ ਇਨਵੈਸਟੀਗੇਸ਼ਨ ਜਾ ਰਿਹਾ, ਜਿਹੜਾ ਰਣਵੀਰ ਖੱਟੜਾ DIG ਸਾਹਿਬ ਦੀ ਸਿੱਟ ਨੇ ਚਲਾਨ ਪੇਸ਼ ਕੀਤਾ 2020 ਨੂੰ ਸੌਰੀ, ਉਦੋਂ ਉਹਦੇ ਵਿੱਚ ਡੇਰਾ ਮੁਖੀ ਨੂੰ ਨੋਮੀਨੇਟ ਕੀਤਾ ਹੈ। ਭਾਵੇਂ ਕੋਈ ਦਮਦਾਰ ਐਵੀਡੈਂਸ ਕਲੈਕਟ ਨਹੀਂ ਕੀਤਾ ਉਹਨਾਂ ਨੇ ਡੇਰਾ ਮੁਖੀ ਦੇ ਖਿਲਾਫ, ਉੱਥੇ ਸਿਰਫ ਇਹੀ ਹੈ ਵੀ ਉਹਨਾਂ ਨੇ ਇਨਫੋਰਮ ਕੀਤਾ ਤੇ ਉਹ ਜਿਹੜੇ ਅੱਗੇ ਹੀਅਰ ਸੇ ਕਹਿ ਰਹੇ ਨੇ ਵੀ ਜਿਹੜੇ ਮੁਲਜ਼ਮ ਨੇ ਉਹ ਕਨਫੈਸ਼ਨਲ ਸਟੇਟਮੈਂਟ ਵਿੱਚ ਫਿਰ ਬਾਬੇ ਨੇ ਕਿਹਾ ਵੀ ਜਿੱਥੇ ਮੇਰੇ ਲੋਕਟਾਂ ਦੀ ਬੇਅਦਬੀ ਹੈ, ਜਿੱਥੇ ਮੇਰੇ ਨਾਮ ਦੀ ਬੇਅਦਬੀ ਹੈ, ਉੱਥੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਮਿੱਟੀ 'ਚ ਰੋੜਨਾ ਹੈ। ਪਰ ਇਸ ਗੱਲ ਦਾ ਕੋਈ ਗਵਾਹ ਨਹੀਂ ਹੈਗਾ। ਮਾਝੀ ਵਰਗੇ ਪ੍ਰਚਾਰਕ ਜਿਹੜਾ ਹੈਗਾ ਇਹਦਾ ਡੇਰੇ ਦੇ ਅੰਦਰ ਜਿਸ ਤਰ੍ਹਾਂ ਖੱਟਾ ਸਿੰਘ ਪਹਿਲੇ ਕੇਸਾਂ 'ਚ ਗਵਾਹ ਨਿਕਲੇ ਨੇ, ਇਸ ਕੇਸ 'ਚ ਕੋਈ ਗਵਾਹ ਨਿਕਲ ਕੇ ਨਹੀਂ ਆਇਆ। ਇਹਦੇ 'ਚ ਅਜੇ ਤੱਕ ਇਹਨਾਂ ਕੋਲੇ ਕੋਈ ਗਵਾਹ ਨਹੀਂ। ਹਾਂ, ਜਿਹੜਾ 120B ਦੇ ਮੁਲਜ਼ਮ ਨੂੰ ਸਰਕਮਸਟੈਂਸ਼ੀਅਲ ਐਵੀਡੈਂਸ ਨਾਲ ਵੀ ਕੋਰਟ ਜਿਹੜੀ ਹੈਗੀ ਸਜ਼ਾ ਦੇ ਸਕਦੀ ਹੈ, ਤਾਂ ਉਹ ਹਾਲਾਤ ਤਾਂ ਉਹਨਾਂ ਨੇ ਬਣਾਏ ਨੇ, ਪਰ ਕੋਈ ਡਾਇਰੈਕਟ ਐਵੀਡੈਂਸ ਅਜੇ ਤੱਕ ਕਲੈਕਟ ਨਹੀਂ ਕੀਤਾ। ਦੂਜਾ, ਉਹਨਾਂ ਨੇ FIR ਨੰਬਰ 63 ਚੋਰੀ ਵਾਲੇ ਮਾਮਲੇ, ਜੋ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਵਾਲਾ ਮਾਮਲਾ ਹੈ, ਉਹਦੇ ਵਿੱਚ ਨੋਮੀਨੇਟ ਤਾਂ ਕਰ ਲਿਆ, ਪਰ ਉੱਥੇ ਬਰੈਕਟਾਂ 'ਚ ਲਿਖਤਾ ਚਲਾਨ ਦੇ ਵਿੱਚ ਵੀ ਟੂ ਬੀ ਅਰੈਸਟਡ ਸਟਿਲ। ਇਹ ਅਜੇ ਵੀ ਅਰੈਸਟ ਕਰਨੇ। ਤਿੰਨੇ ਉਹ ਮੈਂਬਰ ਨੇ ਜਿਹੜੇ ਨੈਸ਼ਨਲ ਕਮੇਟੀ ਦੇ ਬੰਦੇ ਨੇ, ਤੇ ਬਾਬਾ ਅਕਿਊਜ਼ ਤਾਂ ਰੱਖ ਲਏ, ਪਰ ਅਸੀਂ ਹਾਈ ਕੋਰਟ 'ਚ ਰਿਟ ਪਾਈ ਸੀ ਬੇਅਦਬੀਆਂ ਬਾਰੇ ਵੀ ਉਹਦੀ ਪੁੱਛਗਿੱਛ ਕੀਤੀ ਜਾਵੇ। ਅਸੀਂ ਆਧਾਰ ਬਣਾਇਆ ਸੀ ਜਸਟਿਸ ਰਣਜੀਤ ਸਿੰਘ ਦੀ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ 'ਚ, ਉਹਦੇ 'ਚ ਜ਼ਿਕਰ ਆ ਰਿਹਾ ਸੀ ਵੀ ਇਹ ਜਿਹੜੇ ਨੈਸ਼ਨਲ ਕਮੇਟੀ ਦੇ ਬੰਦੇ ਨੇ, ਇਹਨਾਂ ਨੂੰ ਬਾਬੇ ਦਾ PA ਰਾਕੇਸ਼ ਦਿੜਬਾ ਲਗਾਤਾਰ ਸੰਪਰਕ 'ਚ ਸੀਗਾ, ਤੇ ਉਹ PA ਕੁਦਰਤੀ ਗੱਲ ਆ ਵੀ ਆਪਦੇ ਬੌਸ ਤੋਂ ਇੰਸਟਰਕਸ਼ਨਾਂ ਲੈਂਦਾ ਹੋਊਗਾ। ਉਹ PA ਨੂੰ ਜਿਹੜਾ ਹੈਗਾ ਅਜੇ ਤੱਕ ਸਿੱਟ ਨੇ ਟੱਚ ਵੀ ਨਹੀਂ ਕੀਤਾ। ਉਹ ਪਤਾ ਨਹੀਂ ਪੋਲੀਟੀਕਲ ਰੀਜਨ ਨੇ, ਕੀ ਰੀਜਨ ਨੇ, ਬਈ ਅਜੇ ਉਹ ਨੈਸ਼ਨਲ ਕਮੇਟੀ ਦੇ ਬੰਦੇ ਵੀ PO ਡਿਕਲੇਅਰ ਹੋ ਗਏ, ਲੇਕਿਨ ਉਹਨਾਂ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਗਿਆ। ਤੇ ਰਾਮ ਰਹੀਮ ਨੂੰ 1 ਸਾਲ 3 ਮਹੀਨੇ ਹੋ ਗਏ ਨੋਮੀਨੇਟ ਕੀਤੇ ਨੂੰ, ਅਜੇ ਤੱਕ ਉਹਨਾਂ ਨੂੰ ਵੀ ਜਿਹੜਾ ਹੈਗਾ ਬੁਲਾਇਆ ਨਹੀਂ ਗਿਆ। ਜੀ, ਬੇਅਦਬੀਆਂ ਕਿਤੇ ਨਾ ਕਿਤੇ ਸਮਝ ਆਉਂਦਾ ਹੈ ਕਿ ਹੁਣ ਕਿ ਕਿਸ ਤਰ੍ਹਾਂ ਗੁਮਨਾਮ ਚਿੱਠੀ ਜੋ 2001 ਦੀ ਜਾਂ 2002 ਦੀ ਜੋ ਸੀ ਸਾਧਵੀਆਂ ਵੱਲੋਂ ਲਿਖੀ ਗਈ, ਕਿ ਉਹਦੇ ਨਾਲ ਕਿਸ ਤਰ੍ਹਾਂ ਇਹਦਾ ਕਨੈਕਸ਼ਨ ਜੁੜਦਾ, ਕਿਸ ਤਰ੍ਹਾਂ ਪੁਰਾਣੇ ਕੇਸ ਦੇ ਉੱਤੇ ਮਿੱਟੀ ਪਾਉਣ ਵਾਸਤੇ ਜਾਂ ਉਸ ਤੋਂ ਧਿਆਨ ਭਟਕਾਉਣ ਵਾਸਤੇ ਹੋ ਸਕਦਾ ਹੈ ਕਿ ਇਹ ਵੀ ਜਿਹੜਾ ਕਾਰਾ ਹੈਗਾ ਉਹ ਰਾਮ ਰਹੀਮ ਦੀ ਸ਼ਹਿ ਦੇ ਉੱਤੇ ਅੰਜਾਮ ਦਿੱਤਾ ਗਿਆ ਹੈ। ਪਰ ਜੋ ਰਣਜੀਤ ਸਿੰਘ ਹੱਤਿਆ ਕੇਸ ਹੈ, ਜਿਸ 'ਚ ਕਿ 18 ਤਰੀਕ ਸੋਮਵਾਰ ਨੂੰ ਸਜ਼ਾ ਸੁਣਾਈ ਜਾਣੀ ਲਗਭਗ ਤੈਅ ਮੰਨੀ ਜਾ ਰਹੀ ਹੈ, ਇਸ 'ਚ ਇਹ ਕੇਸ ਇੱਥੋਂ ਤੱਕ ਕਿਵੇਂ ਪਹੁੰਚਿਆ? ਕਿਉਂਕਿ ਇਸ ਕੇਸ ਨੂੰ ਵੀ ਇੰਨੇ ਸਾਲ ਲੱਗ ਗਏ ਨੇ। ਕਿਹੜੀਆਂ ਗਵਾਹੀਆਂ, ਇੱਕ ਤੁਸੀਂ ਖੱਟਾ ਸਿੰਘ ਦਾ ਨਾਮ ਲਿਆ ਜੋ ਕਿ ਗੱਡੀ ਚਲਾਉਂਦਾ ਸੀ ਰਾਮ ਰਹੀਮ ਦੀ ਤੇ ਕਾਫੀ ਕਰੀਬੀ ਸੀ, ਪਰ ਇਕੱਲੇ ਖੱਟਾ ਸਿੰਘ ਦੀ ਗਵਾਹੀ ਤੇ ਹੀ ਸਾਰਾ ਕੁਝ ਹੋਣ ਜਾ ਰਿਹਾ ਹੈ ਜਾਂ ਕੋਈ ਹੋਰ ਵੀ ਅਹਿਮ ਗਵਾਹੀਆਂ ਇਸ ਕੇਸ ਦੀਆਂ ਰਹੀਆਂ ਨੇ?
ਦੇਖੋ, ਤੁਹਾਡੇ ਇਸ ਗੱਲ ਦਾ ਉੱਤਰ ਦੇਣ ਤੋਂ ਪਹਿਲਾਂ ਇੱਕ ਚੀਜ਼ ਹੋਰ ਜੋ ਬੜੀ ਚੁਭਦੀ ਹੈ, ਸਾਡੇ ਜੁਡੀਸ਼ੀਅਲ ਸਿਸਟਮ ਦੀ ਗੱਲ ਕਰਦੇ ਆਪਾਂ ਵੀ ਤੁਸੀਂ ਦੇਖੋ 2002 ਦਾ ਮਰਡਰ 2021 ਐਂਡ ਹੀ ਆ ਗਿਆ, ਤਕਰੀਬਨ 2022 ਚੜ੍ਹਨ ਵਾਲਾ ਹੋ ਗਿਆ, ਉੱਥੇ ਆ ਕੇ ਉਹਦਾ ਜਿਹੜਾ ਫੈਸਲਾ ਹੁੰਦਾ ਹੈ 20 ਸਾਲ ਹੋ ਗਏ। ਇਹ ਫੇਲਿਅਰ ਆਫ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਸਾਡਾ, ਉਹਦਾ ਮੈਂ ਫੇਲਿਅਰ ਮੰਨਦਾ। ਇਸ ਕੇਸ ਵਿੱਚ ਮੇਰੇ ਧਿਆਨ 'ਚ ਹੈ ਵੱਖ-ਵੱਖ ਅਕਿਊਜ਼ਡ ਜਦੋਂ ਹਾਈ ਕੋਰਟ 'ਚੋਂ ਜ਼ਮਾਨਤ ਲੈਣ ਆਏ 2008 ਦੇ ਵਿੱਚ ਜੱਜ ਸਾਹਿਬ ਨੇ ਬਕਾਇਦਾ ਡਾਇਰੈਕਸ਼ਨ ਦਿੱਤੀ ਜੀ ਵੀ ਟ੍ਰਾਇਲ ਬੀ ਕਨਕਲੂਡਡ ਵਿਦਨ 10 ਮੰਥਸ 2008। ਇਟ ਮੀਨਸ ਜੀ 2009 'ਚ ਤਾਂ ਇਹ ਤੋਂ ਘੱਟੋ ਘੱਟ ਡਿਸਾਈਡ ਹੋਣਾ ਚਾਹੀਦਾ ਸੀ। ਫਿਰ ਇਹਦੇ 'ਚ ਐਕਸਪੀਡੀਸ਼ਲੀ ਡਿਸਾਈਡ ਕਰਨ ਲਈ ਇੱਕ ਹੋਰ ਅਕਿਊਜ਼ਡ ਆਇਆ, ਉਹਦੇ ਵੀ ਐਕਸਪੀਡੀਸ਼ਲੀ ਡਿਸਾਈਡਡ ਕੀਤਾ ਜਾਵੇ। ਰਿਪੀਟਡਲੀ ਡੇ ਟੂ ਡੇ ਹੀਅਰਿੰਗ ਦੀ ਵੀ ਗੱਲ ਹੋਈ, ਪਰ ਇਹ ਕੇਸ ਜਿਹੜਾ ਹੈਗਾ ਅੱਗੇ ਨਹੀਂ ਤੁਰ ਪਾਇਆ। ਇਹਦੇ ਵਿੱਚ ਕਿੱਥੇ ਕਮੀਆਂ ਨੇ, ਇਹ ਜ਼ਰੂਰ ਸੈੱਟ ਕਰਨ ਦੀ ਲੋੜ ਹੈ। ਅਦਰਵਾਈਜ਼ ਜਿਹੜਾ ਹੈਗਾ ਤੁਸੀਂ ਦੇਖੋ ਵੀ ਉਹ ਪਰਿਵਾਰ ਅੜਿੱਕਦਾ ਰਿਹਾ, ਬੱਚਾ ਜਿਹੜਾ ਉਦੋਂ 6-7 ਸਾਲ ਦਾ ਸੀਗਾ ਅੱਜ ਜਵਾਨ ਹੋਇਆ ਪਿਆ, ਜਿਹਨੇ ਜਗਸੀਰ ਨੇ ਉਹ ਟਰਾਂਸਫਰ ਐਪਲੀਕੇਸ਼ਨ ਪਾਈ ਸੀ ਹਾਈ ਕੋਰਟ 'ਚ। ਤੇ ਤੁਸੀਂ ਦੇਖ ਲਓ ਵੀ ਜਿਹੜੇ ਅਕਿਊਜ਼ਡ ਨੇ ਉਹਨਾਂ ਨਾਲ ਵੀ ਸਪੋਜ਼ ਕਰੋ ਉਹ ਹੁਣ ਤਾਂ ਗਿਲਟੀ ਹੋਲਡ ਹੋ ਗਏ, ਸਪੋਜ਼ ਕਰੋ ਕੋਰਟ ਉਹਨਾਂ ਨੂੰ ਗਿਲਟੀ ਹੋਲਡ ਨਾ ਕਰਦੀ ਤਾਂ ਉਹਨਾਂ ਨਾਲ ਕਿੰਨਾ ਇਨਜਸਟਿਸ ਹੋ ਗਿਆ ਸੀਗਾ। ਪਹਿਲਾਂ ਜਿਹੜੇ ਇਸ ਕੇਸ ਦੀ ਥਾਣਾ ਥਨੇਸਰ 'ਚ ਪਰਚਾ ਦਰਜ ਹੋਇਆ, ਫਿਰ ਚਲਾਨ ਪੇਸ਼ ਹੋਇਆ 2 ਅਕਿਊਜ਼ਡ ਦੇ ਖਿਲਾਫ, ਕੁਰੂਕਸ਼ੇਤਰ ਕੋਰਟ ਚੱਲਦਾ ਰਿਹਾ ਕੇਸ ਜੀ, ਫਿਰ ਇਹ ਅੰਬਾਲੇ ਚੱਲਦਾ ਰਿਹਾ, ਫਿਰ ਇਹ ਪੰਚਕੂਲੇ ਚੱਲਦਾ ਰਿਹਾ। ਤੁਸੀਂ ਦੇਖੋ 20 ਸਾਲ ਲਗਾਤਾਰ ਪੇਸ਼ੀ ਯਾਦ ਰੱਖਣੀ ਤੇ ਪੇਸ਼ੀਆਂ ਤੇ ਆਉਣਾ, ਭੁਗਤ ਕੇ ਵਾਪਸ ਜਾਣਾ, ਕੰਮ ਛੱਡਣਾ, ਤੇ ਇਹ ਵੀ ਬਹੁਤ ਵੱਡੀ ਸਜ਼ਾ ਉਹਨਾਂ ਨੂੰ ਇਸ ਤਰ੍ਹਾਂ ਦੀ ਐਕਸਟਰਾ ਮਿਲ ਗਈ। ਜੋ ਕੋਰਟ ਨੇ ਸੈਂਟੈਂਸ ਦੇਣੀ ਹੈ ਉਹ ਤੇ ਅਲੱਗ ਗੱਲ ਹੈ। ਇਸ ਸਿਸਟਮ 'ਚ ਵੀ ਸੁਧਾਰ ਦੀ ਲੋੜ ਹੈ ਵੀ ਇੱਦਾਂ ਜਿਹੜੇ ਇਨਫਲੂਐਂਸ਼ੀਅਲ ਲੋਕ ਨੇ ਕਿਵੇਂ ਡਰੈਗ ਕਰਕੇ ਟਰਾਇਲ ਨੂੰ 20-20 ਸਾਲ ਲਈ ਲੰਬਾ ਲੈ ਜਾਂਦੇ ਨੇ। ਜੀ ਹੁਣ ਆਉਂਦੇ ਆ ਕਿ ਹੋਰ ਕੌਣ-ਕੌਣ ਜਿਹੜੇ ਇਸ 'ਚ ਮੁੱਖ ਗਵਾਹ ਨੇ ਜਿਨ੍ਹਾਂ ਦੀ ਗਵਾਹੀ ਜਿਹੜੀ ਹੈ ਉਹ ਕਾਰਨ ਬਣਨ ਜਾ ਰਹੀ ਹੈ ਸਜ਼ਾ ਜਿਹੜੀ ਸੁਣਾਈ ਜਾਣੀ ਹੈ ਸੋਮਵਾਰ ਨੂੰ। ਇਹਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੌਨਸਪੀਰੇਸੀ ਹੋਈ ਜੋ ਉਹ ਇਨ ਪ੍ਰੈਜ਼ੈਂਟ ਆਮ ਤੌਰ ਤੇ ਕੌਨਸਪੀਰੇਸੀਆਂ ਜਿਹੜੀਆਂ ਬੰਦ ਕਮਰੇ 'ਚ ਹੁੰਦੀਆਂ ਨੇ, ਕਹਿੰਦੇ ਕੋਈ ਉਹਦਾ ਵਿਟਨੈਸ ਨਹੀਂ ਹੁੰਦਾ, ਤੇ ਉਹ ਸਰਕਮਸਟਾਂਸ ਤੋਂ ਇੰਪਲਾਈਡ ਸਰਕਮਸਟਾਂਸਿਸ ਤੋਂ ਜਿਹੜਾ ਕੋਰਟ ਨੂੰ ਕਨਕਲੂਜਨ ਕੱਢਣਾ ਪੈਂਦਾ ਵੀ ਇਹ ਬੰਦੇ ਕੌਨਸਪੀਰੇਟਰ ਹਨ ਜਾਂ ਨਹੀਂ। ਪਰ ਇੱਥੇ ਡਾਇਰੈਕਟ ਐਵੀਡੈਂਸ ਹੈ ਖੱਟਾ ਸਿੰਘ ਦੇ ਰੂਪ 'ਚ ਜਿਹਦੀ ਹਾਜ਼ਰੀ ਦੇ ਵਿੱਚ ਉਹ ਜਿਹੜੀ ਕੌਨਸਪੀਰੇਸੀ ਹੁੰਦੀ ਹੈ। ਇੱਕ ਤਾਂ ਉਹ ਕਾਰਨ ਬਣਿਆ ਜਦੋਂ ਹੁਣ ਐਸਟੈਬਲਿਸ਼ ਹੋ ਗਿਆ ਵੀ ਆਹ ਬੰਦਿਆਂ ਨੇ ਰਣਜੀਤ ਦਾ ਕਤਲ ਕਰਨ ਦੀ ਸਾਜ਼ਿਸ਼ ਕੀਤੀ, ਰਣਜੀਤ ਦਾ ਕਤਲ ਹੋ ਵੀ ਚੁੱਕਿਆ, ਤਾਂ ਕੋਈ ਰੀਜ਼ਨ ਨਹੀਂ ਹੈਗਾ, ਮੋਟਿਵ ਵੀ ਐਸਟੈਬਲਿਸ਼ ਹੁੰਦਾ ਵੀ ਬਾਬਾ ਵਾਂਟ ਟੂ ਕੰਸੀਲ ਹਿਜ਼ ਮਿਸਡੀਡਸ, ਇਹ ਬਾਬਾ ਉਹ ਆਪਣੇ ਜਿਹੜਾ ਹੈ ਪਰਦਾ ਰੱਖਣਾ ਚਾਹੁੰਦਾ ਸੀ। ਮੋਟਿਵ ਵੀ ਹੈ ਉਹ ਨਹੀਂ ਪ੍ਰਜਾਈਡ ਓਵਰ ਕੀਤੀ, ਉਹ ਨਹੀਂ ਡਾਇਰੈਕਸ਼ਨਾਂ ਇਸ਼ੂ ਕੀਤੀਆਂ, ਤੇ ਨੋ ਡਾਊਟ ਵੀ ਬੰਦੇ ਨੇ ਉਹ ਐਕਟ ਅਪੋਨ ਵੀ ਕਰਤੀਆਂ। ਤਾਂ ਇਹਦੇ ਵਿੱਚ ਖੱਟਾ ਸਿੰਘ ਦਾ ਬਹੁਤ ਹੀ ਅਹਿਮ ਰੋਲ ਰਿਹਾ ਸਜ਼ਾ ਦੇ ਵਿੱਚ। ਉਸ ਤੋਂ ਬਾਅਦ ਆਉਂਦੀ ਹੈ ਜਿਹੜੇ ਜਿੱਥੇ ਐਗਜ਼ੀਕਿਊਸ਼ਨ ਹੁੰਦੀ ਹੈ, ਕ੍ਰਾਈਮ ਸੀਨ ਜਿੱਥੇ ਬਣਦਾ ਹੈ, ਉੱਥੇ ਜਿੱਥੇ ਉਹ ਕਤਲ ਕੀਤਾ ਜਾਂਦਾ ਹੈ, ਉੱਥੇ ਉਹ ਚਾਹ ਲੈ ਕੇ ਗਿਆ ਸੀ ਆਪਣੇ ਖੇਤ ਆਪਣੇ ਨੌਕਰਾਂ ਦੀ, ਤੇ ਉੱਥੇ ਉਹਦਾ ਫਾਦਰ ਤੇ ਉਹਦਾ ਚਾਚਾ ਜੋਗਿੰਦਰ ਸਿੰਘ ਉਹਦਾ ਫਾਦਰ ਹੈ ਤੇ ਸੁਖਦੇਵ ਉਹਦਾ ਚਾਚਾ ਹੈ, ਉਹ ਅਹਿਮ ਗਵਾਹ ਇਹਦੇ ਵਿੱਚ ਸਾਬਤ ਹੋਏ, ਜਿਨ੍ਹਾਂ ਨੇ ਜਿਹੜਾ ਹੈਗਾ ਆਪਣੇ ਬਿਆਨਾਂ 'ਚ ਇਹ ਕਿਹਾ ਸੀ ਵੀ ਜਦੋਂ ਅਕਿਊਜ਼ ਸਾਡੇ ਸਾਹਮਣੇ ਆ ਜਾਣ ਵੀ ਕੈਨ ਆਇਡੈਂਟੀਫਾਈ ਦੈਮ, ਤੇ ਉਹਨਾਂ ਨੇ ਕੋਰਟ 'ਚ ਉਹਨਾਂ ਨੂੰ ਆਇਡੈਂਟੀਫਾਈ ਕਰਤਾ। ਇਸ ਕਰਕੇ ਜਿਹੜਾ ਇਹਦੇ ਵਿੱਚ CBI ਦੇ ਜਿਹੜੇ ਤਫਤੀਸ਼ੀ ਤੇ ਪੁਲਿਸ ਦੇ ਜਿਹੜੇ ਸ਼ੁਰੂ 'ਚ ਪੁਲਿਸ ਨੇ ਤਫਤੀਸ਼ ਕੀਤੀ ਉਹ ਗਵਾਹ ਇਹਦੇ ਵਿੱਚ ਅਹਿਮ ਸਾਬਤ ਹੋਏ। ਜੀ ਮੈਂ ਆਖਰੀ ਸਵਾਲ ਤੁਹਾਡੇ ਤੋਂ ਪੁੱਛਦਾ ਕਿ ਇਸ ਕੇਸ 'ਚ ਹੁਣ ਕਿਉਂਕਿ ਤੁਸੀਂ ਸਾਰਾ ਕੁਝ ਖੋਲ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਸਾਰਾ ਕੁਝ ਰਚਿਆ ਗਿਆ, ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਕੌਣ ਚਸ਼ਮਦੀਦ ਹੈ, ਉਹਦਾ ਪਿਓ ਤੇ ਉਹਦਾ ਚਾਚਾ ਰਣਜੀਤ ਸਿੰਘ ਦਾ, ਤੇ ਜਿਸ ਦੇ ਸਾਹਮਣੇ ਜਿਹੜਾ ਹੱਤਿਆ ਕਰਨ ਦੇ ਹੁਕਮ ਦਿੱਤੇ ਨੇ ਖੱਟਾ ਸਿੰਘ, ਇਹ ਸਾਰੀਆਂ ਚੀਜ਼ਾਂ CBI ਅਦਾਲਤ ਨੇ ਵੇਖੀਆਂ ਨੇ। ਇਸ ਕੇਸ ਦੇ ਵਿੱਚ ਵੱਧ ਤੋਂ ਵੱਧ ਸਜ਼ਾ ਕਿੰਨੀ ਹੋ ਸਕਦੀ ਹੈ ਤੇ ਘੱਟ ਤੋਂ ਘੱਟ ਕਿੰਨੀ ਹੋਣੀ ਤੈਅ ਹੈ, ਇਹ ਸਪਸ਼ਟ ਕਰ ਦਿਓ ਤੁਹਾਡੇ ਕਾਨੂੰਨੀ ਤਜਰਬੇ ਦੇ ਮੁਤਾਬਕ। 302 ਤੇ 120B ਤਹਿਤ ਇਹਨਾਂ ਨੂੰ ਗਿਲਟੀ ਹੋਲਡ ਕੀਤਾ ਬਾਬਾ ਰਾਮ ਰਹੀਮ ਨੂੰ ਤੇ 4 ਹੋਰ ਦੋਸ਼ੀਆਂ ਨੂੰ। 5ਵੇਂ ਦੋਸ਼ੀ ਬਾਬੂ ਇੰਦਰ ਸੈਨ ਜੋ ਡੇਰੇ ਦਾ ਮੈਨੇਜਰ ਸੀ ਉਹ ਐਕਸਪਾਇਰ ਹੋ ਚੁੱਕੇ ਜੀ, ਤੋ ਇਹਨਾਂ ਨੂੰ ਚਾਰਾਂ ਨੂੰ 302 ਤੇ 120 ਵੀ IPC 'ਚ ਗਿਲਟੀ ਹੋਲਡ ਕੀਤਾ। 302 'ਚ ਲਾਈਫ ਇੰਪ੍ਰਿਜ਼ਨਮੈਂਟ ਦਾ ਪ੍ਰਾਵਧਾਨ ਹੈ, ਇਦੋਂ ਘੱਟ ਹੈ ਹੀ ਨਹੀਂ, ਘੱਟ ਤੋਂ ਘੱਟ ਉਮਰ ਕੈਦ ਹੋਣੀ ਹੈ ਜੀ। ਕੋਆ ਬਾਬਾ ਜਿਹੜਾ CBI ਨੇ ਕਾਫੀ ਸਟ੍ਰੈਸ ਦਿੱਤਾ ਹੈ ਵੀ ਮੈਕਸਿਮਮ ਸੈਂਟੈਂਸ ਹੋਣੀ ਚਾਹੀਦੀ ਹੈ। ਇੱਕ ਸੰਤ ਹੋ ਕੇ, ਇੱਕ ਅਲੈਜਡ ਸੰਤ ਹੋ ਕੇ, ਇੱਕ ਅਲੈਜਡ ਬਾਬਾ ਹੋ ਕੇ, ਅਲੈਜਡ ਗੋਡਲੀ ਫਿਗਰ ਹੋ ਕੇ ਰੇਪ ਕਰਨਾ,
ਜਰਨਲਿਸਟਾਂ ਦਾ ਜੋ ਸਮਾਜ ਲਈ ਰਾਹ ਦਿਖਾਉਂਦੇ ਨੇ, ਹੱਤਿਆ ਕਰਨਾ। ਪੱਤਰਕਾਰਾਂ ਦੀ ਹੱਤਿਆ ਕਰਾਉਣਾ ਤੇ ਆਪਣੇ ਹੀ ਭਗਤ ਦਾ ਜੋ ਵਿਸ਼ਵਾਸ ਕਤਲ ਕਰਨਾ, ਉਹਦੇ ਪਰਿਵਾਰ ਨਾਲ ਧੱਕਾ ਕਰਨਾ ਤੇ ਉਹਨੂੰ ਉਹਦਾ ਕਤਲ ਕਰਾ ਦੇਣਾ, ਇਹ ਜਾਣੀ ਸ਼ੌਕਿੰਗ ਕਨਸਾਇੰਸ ਵਾਲੇ ਕ੍ਰਾਈਮ ਬਣਦੇ ਨੇ। ਕੋਰਟ ਦੀ ਇਹ ਡਿਸਕ੍ਰਿਸ਼ਨ ਹੁੰਦੀ ਹੈ ਵੀ ਇਹ ਸਾਰੇ ਸਰਕਮਸਟੈਂਸ ਨੂੰ ਕਿਵੇਂ ਲੈਂਦੀ ਹੈ ਤੇ ਉਹ ਡੈਥ ਸੈਂਟੈਂਸ ਵੀ ਦੇ ਸਕਦੀ ਹੈ, ਅਦਰਵਾਈਜ਼ ਲਾਈਫ ਇੰਪ੍ਰਿਜ਼ਨਮੈਂਟ ਇਹਦੇ 'ਚ ਪੱਕੀ ਹੈ। ਉਮਰ ਕੈਦ ਪੱਕੀ ਹੈ। ਵੱਧ ਤੋਂ ਵੱਧ ਜਿਹੜੀ ਹੈਗੀ ਮੌਤ ਦੀ ਸਜ਼ਾ ਦੀ ਵੀ ਵਿਵਸਥਾ ਇਹਨਾਂ ਧਾਰਾਵਾਂ ਦੇ ਤਹਿਤ ਹੈ। 18 ਤਰੀਕ ਬੜੀ ਨੇੜੇ ਹੈ, ਉਸ ਦਿਨ ਜਿਹੜੀ ਸਜ਼ਾ ਸੁਣਾਉਣੀ ਲਗਭਗ ਤੈਅ ਹੈ CBI ਅਦਾਲਤ ਪੰਚਕੂਲਾ ਵੱਲੋਂ। ਪਰ ਇਸ ਜੋ ਆਪਾਂ ਗੱਲਬਾਤ ਕੀਤੀ ਹੈ, ਇਸ 'ਚ ਅਹਿਮ ਤੱਥ ਇਹ ਅਸੀਂ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਰਣਜੀਤ ਸਿੰਘ ਨੂੰ ਇੱਕ ਮਿੱਥੀ ਤਰੀਕ ਦੇ ਉੱਤੇ ਗੋਲੀ ਮਾਰ ਕੇ ਹੀ ਸ਼ਰੇਆਮ ਕਿਉਂ ਮਾਰਿਆ ਗਿਆ, ਜਿਸ 'ਚ ਦੋ ਚਸ਼ਮਦੀਦ ਵੀ ਆ ਜਾਂਦੇ ਨੇ। ਉਹਦਾ ਇੱਕ ਵੱਡਾ ਕਾਰਨ ਹੈ ਕਿ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅੱਗੇ ਉਹਨਾਂ ਕੁੜੀਆਂ ਨੂੰ ਪੇਸ਼ ਕਰਨਾ ਸੀ ਜਿਹੜੀਆਂ ਕਿ ਪੀੜਤ ਸੀਗੀਆਂ ਜਬਰ ਜਨਾਹ ਦੀਆਂ, ਤੇ ਜਿਨ੍ਹਾਂ ਨੇ ਚਿੱਠੀ ਲਿਖੀ ਸੀ। ਇਹ ਗੱਲ ਜਿਹੜੀ ਕਿਤੇ ਨਾ ਕਿਤੇ ਡੇਰੇ ਨੂੰ ਪਤਾ ਲੱਗ ਗਈ ਸੀ। ਜਿਵੇਂ ਕਿ ਵਕੀਲ ਸਾਹਿਬ ਨੇ ਦੱਸਿਆ ਹੈ ਕਿ ਬਠਿੰਡਾ 'ਚ ਇੱਕ ਲੜਕੀ ਸੀ ਜਿਸ ਨੂੰ ਵਰਗਲਾ ਕੇ ਉਸ ਨੂੰ ਭੁਲੇਖੇ 'ਚ ਰੱਖ ਕੇ ਕਿ ਇਹ ਕੋਈ ਜਾਂਚ ਏਜੰਸੀ ਦੀ ਜਾਂ ਸਰਕਾਰੀ ਕੋਈ ਟੀਮ ਆਈ ਹੈ, ਤਾਂ ਉਸ ਤੋਂ ਸਾਰਾ ਕੁਝ ਸੱਚ ਉਗਲਵਾ ਲਿਆ ਗਿਆ ਸੀ। ਉਮੀਦ ਕਰਦੇ ਹਾਂ ਕਿ ਸੋਮਵਾਰ ਨੂੰ ਜੋ ਸਜ਼ਾ ਸੁਣਾਈ ਜਾਏਗੀ ਉਹ ਇਹਨਾਂ ਤੱਥਾਂ ਦੇ ਉੱਤੇ ਆਧਾਰਿਤ ਹੀ ਹੋਏਗੀ ਜੋ ਆਪਾਂ ਇੱਥੇ ਵਿਚਾਰੇ ਨੇ, ਖੋਲ੍ਹੇ ਨੇ, ਤੇ ਉਦੋਂ ਅਸੀਂ ਦੁਬਾਰਾ ਫੇਰ ਤੁਹਾਡੇ ਨਾਲ ਜੁੜਾਂਗੇ। ਬਹੁਤ ਸ਼ੁਕਰੀਆ ਵਕੀਲ ਸਾਹਿਬ ਜੀ।